ਜਿਹੜੀ ਤੁਹਾਡੀ ਐਸੋਸੀਏਸ਼ਨ ਹੈ, ਜਿਹੜੀ ਤੁਹਾਡੀ ਸੰਸਥਾ 2.5 ਦਹਾਕਿਆਂ ਤੋਂ ਪੰਜਾਬ 'ਚ ਕੰਮ ਕਰਦੀ ਆ ਰਹੀ ਹੈ, ਉਹ ਨਾਮ ਕੀ ਹੈ ਉਹਦਾ ਤੇ ਕਿਸ ਤਰ੍ਹਾਂ ਦੇ ਖੇਤਰ 'ਚ ਕੰਮ ਕਰ ਰਿਹਾ ਹੈ? NBFC MFIs ਜਿਹੜੀ ਮਾਈਕਰੋ ਫਾਈਨੈਂਸ ਕੰਪਨੀਆਂ ਹੁੰਦੀਆਂ ਹੈਗੇ, ਜਿਹੜੀ RBI ਤੋਂ ਰੈਗੂਲੇਟਡ ਹੈ, ਉਹਨਾਂ ਨੂੰ ਸੈਲਫ ਰੈਗੂਲੇਟ ਕਰਦਾ ਹੈ। ਇਹਨਾਂ ਦਾ ਕੰਮ ਹੈਗਾ ਕਿ ਛੋਟੇ ਕਾਰੋਬਾਰ, ਫਾਰਮਰਸ, ਜਿਹੜਾ ਵੀ ਛੋਟਾ ਕੰਮ ਮੋਚੀ ਨਾਈ ਧੋਬੀ, ਉਹਦੇ ਵਾਸਤੇ ਕ੍ਰੈਡਿਟ ਮੁਹੱਈਆ ਕਰਾਉਣਾ, ਉਹਨਾਂ ਨੂੰ ਲੋਨ ਦੇਣਾ with zero formalities practically। कोई सिक्योरिटी नहीं है, कुछ नहीं है, इट इज़ एन अनसिक्योर्ड लोन। बैंक ਦੀਆਂ ਸ਼ਰਤਾਂ ਹੁੰਦੀਆਂ ਜਿਹੜੀਆਂ ਬੜੀਆਂ ਉਹ ਟਾਈਟ ਲੱਗਦੀਆਂ ਆਮ ਆਦਮੀ ਨੂੰ। ਤੁਹਾਡੇ ਸਾਧਨ ਦੇ ਵਿੱਚ ਤੇ ਆਮ ਹੋਰ ਜਿਹੜੇ ਬੈਂਕ ਹੁੰਦੇ ਨੇ, ਭਾਵੇਂ ਸਰਕਾਰੀ ਭਾਵੇਂ ਪ੍ਰਾਈਵੇਟ, ਫਰਕ ਕੀ ਹੈਗਾ ਲੋਨ ਦੇਣ ਲਈ? ਅਸੀਂ ਔਰਤਾਂ ਨੂੰ 10-15 ਔਰਤਾਂ ਨੂੰ ਇਕੱਠਾ ਕਰਦੇ ਹਾਂ, ਉਹਨਾਂ ਦੀ ਨੀਡ ਕੋਸ਼ਿਸ਼ ਕਰਦੇ ਕਿ ਤੁਹਾਨੂੰ ਕਿਸ ਚੀਜ਼ ਦੀ ਰਿਕੁਆਇਰਮੈਂਟ ਹੈਗੀ ਹੈ, ਪੈਸੇ ਦੀ ਕਿੰਨੀ ਰਿਕੁਆਇਰਮੈਂਟ ਹੈਗੀ, ਕਿਸ ਆਪਣੇ ਬਿਜ਼ਨਸ ਵਾਸਤੇ ਰਿਕੁਆਇਰਮੈਂਟ ਹੈ, ਤੇ ਵਿਦ ਜਸਟ ਅ ਲੋਨ ਡਾਕੂਮੈਂਟ ਐਂਡ ਉਹਦੇ ਨਾਲ ਅਸੀਂ ਕਰਕੇ ਉਹਨਾਂ ਨੂੰ ਲੋਨ ਦੇ ਦਿੰਦੇ ਹਾਂ। ਨਹੀਂ ਲੋਨ ਵਾਪਸ ਕੀਤਾ, ਉਹਦੀ ਪ੍ਰੋਪਰਟੀ ਮੌਰਗੇਜ ਪਈ ਹੋਏਗੀ, ਤੁਸੀਂ ਕਹਿ ਰਹੇ ਹੋ ਵੀ ਜੇ ਕੋਈ ਇੱਕ ਬੰਦਾ ਨਹੀਂ ਦੇ ਪਾਇਆ ਤਾਂ ਸੈਲਫ ਗਰੁੱਪ ਜਿਹੜੇ ਬੰਦੇ ਉਹ ਨਾਲ ਮਿਲ ਕੇ ਦੇ ਦੇਣਗੇ, ਜੇ ਨਹੀਂ ਦੇ ਪਾਉਂਦੇ ਫਿਰ ਕਿੱਦਾਂ ਦਾ ਤੁਹਾਡਾ ਰਿਐਕਸ਼ਨ? ਕੋਈ ਰਿਐਕਸ਼ਨ ਨਹੀਂ ਹੈਗਾ, ਇਹ ਅਨਸਿਕਿਉਰਡ ਲੋਨ ਹੈਗਾ, ਇਹਦੇ 'ਚ ਕੋਈ ਸਿਕਿਉਰਿਟੀ ਨਹੀਂ ਹੈ, ਕੋਈ ਕੋਲੈਟਰਲ ਨਹੀਂ ਹੈ, ਕੁਝ ਨਹੀਂ ਹੈਗਾ, ਇਟ ਇਜ਼ ਵੈਰੀ ਅਨਸਿਕਿਉਰਡ। ਸੋ ਜਦੋਂ ਵੀ ਖਾਸ ਕਰ ਕੋਈ ਛੋਟਾ ਕਾਰੋਬਾਰੀ ਹੁੰਦਾ ਹੈ ਤੇ ਉਹਨੂੰ ਲੱਗਦਾ ਹੈ ਕਿ ਮੈਂ ਆਪਣੇ ਕਾਰੋਬਾਰ ਨੂੰ ਥੋੜ੍ਹਾ ਚਲਾਉਣਾ ਹੈ ਸਮੂਥ ਹੋ ਕੇ, ਤੇ ਉਹ ਸੋਚਦਾ ਹੈ ਕਿ ਮੈਂ ਕਰਜ਼ਾ ਲੈ ਲਾਂ, ਲੋਨ ਲੈ ਲਾਂ, ਪਰ ਮੈਨੂੰ ਇੱਕ ਸਹੀ ਤਰੀਕੇ ਨਾਲ, ਸੌਖੇ ਤਰੀਕੇ ਨਾਲ ਲੋਨ ਮਿਲ ਜੇ। ਆਮ ਤੌਰ 'ਤੇ ਜੇ ਬੰਦਾ ਆਪਾਂ ਕਹੀਏ ਥੋੜ੍ਹਾ ਘੱਟ ਪੜ੍ਹਿਆ ਲਿਖਿਆ ਵੀ ਹੁੰਦਾ, ਤੇ ਜੇ ਉਹਨੂੰ ਕਿਹਾ ਜਾਂਦਾ ਵੀ ਤੂੰ ਲੋਨ ਲੈਣ ਲਈ ਬੈਂਕ ਜਾਏਗਾ, ਬੈਂਕ ਦੇ ਚੱਕਰਾਂ ਦੇ ਵਿੱਚ ਪੈਣ ਤੋਂ ਲੋਕ ਡਰਦੇ ਨੇ, ਖਾਸ ਕਰ ਕਿਉਂਕਿ ਬੈਂਕ ਦੀਆਂ ਫਾਰਮੈਲਿਟੀਆਂ ਸੀ ਇਹੋ ਜਿਹੀਆਂ ਹੁੰਦੀਆਂ ਨੇ, ਫਰੇਮਿੰਗ ਇਹੋ ਜਿਹੀ ਹੁੰਦੀ, ਸ਼ਿਕੰਜਾ ਜਿਹੜਾ ਬੰਦਾ ਕਹਿੰਦਾ ਕਿ ਮੈਂ ਫਸ ਸਕਦਾ। ਤੇ ਕੋਈ ਅਜਿਹੀਆਂ ਸੰਸਥਾਵਾਂ ਭਾਰਤ ਦੇ ਵਿੱਚ ਫਾਈਨੈਂਸ਼ੀਅਲ ਇੰਸਟੀਚਿਊਟ ਕੰਮ ਕਰ ਰਹੇ ਨੇ, ਐਸੋਸੀਏਸ਼ਨ ਜਿਹੜੀਆਂ ਕਿ ਮਾਈਕਰੋ ਲੋਨਸ ਦੇ ਰਹੀਆਂ ਨੇ, ਛੋਟੇ ਕੰਮ ਲਈ ਛੋਟੇ ਕਾਰੋਬਾਰੀਆਂ ਨੂੰ ਵੀ ਲੋਨ ਦੇ ਰਹੀਆਂ ਨੇ। ਸੋ ਇੱਕ ਅਜਿਹੀ ਸੰਸਥਾ ਲੰਮੇ ਸਮੇਂ ਤੋਂ ਆਪਾਂ ਕਹੀਏ 2.5 ਦਹਾਕੇ ਤੋਂ ਸਾਡੇ ਮੁਲਕ 'ਚ ਕੰਮ ਕਰ ਰਹੀ ਹੈ। ਉਹਨਾਂ ਦੇ ਆਪਾਂ ਕਹੀਏ ਇੱਥੇ ਉੱਤਰੀ ਭਾਰਤ ਦੇ ਜਿਹੜੇ ਹੈਗੇ ਨੇ ਚੇਅਰਮੈਨ ਹੈਗੇ ਨੇ HP ਸਿੰਘ ਸਾਡੇ ਮੌਜੂਦ ਨੇ, ਗੱਲ ਕਰਦੇ ਹਾਂ। ਸੋ HP ਸਿੰਘ ਜੀ, ਪਹਿਲਾਂ ਤਾਂ ਇਹੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਜਿਹੜੀ ਤੁਹਾਡੀ ਐਸੋਸੀਏਸ਼ਨ ਹੈ, ਜਿਹੜੀ ਤੁਹਾਡੀ ਸੰਸਥਾ 2.5 ਦਹਾਕਿਆਂ ਤੋਂ ਪੰਜਾਬ 'ਚ ਕੰਮ ਕਰਦੀ ਆ ਰਹੀ ਹੈ, ਉਹ ਨਾਮ ਕੀ ਹੈ ਉਹਦਾ ਤੇ ਕਿਸ ਤਰ੍ਹਾਂ ਦੇ ਖੇਤਰ 'ਚ ਕੰਮ ਕਰ ਰਹੇ ਹੋ ਤੁਸੀਂ? ਤੇ ਸਾਧਨ ਦਾ ਮੈਂ ਚੇਅਰਮੈਨ ਹੈਗਾ, ਤੇ ਸਾਧਨ ਇੱਕ ਸੈਲਫ ਰੈਗੂਲੇਟਰੀ ਆਰਗੇਨਾਈਜੇਸ਼ਨ ਹੈਗੀ ਹੈ, ਜਿਹੜੀ NBFC MFIs ਜਿਹੜੀ ਮਾਈਕਰੋ ਫਾਈਨੈਂਸ ਕੰਪਨੀਆਂ ਹੁੰਦੀਆਂ ਹੈਗੀਆਂ, ਜਿਹੜੀ RBI ਤੋਂ ਰੈਗੂਲੇਟਡ ਹੈ, ਉਹਨਾਂ ਨੂੰ ਸੈਲਫ ਰੈਗੂਲੇਟ ਕਰਦਾ ਹੈਗਾ। ਇਟਸ ਅ ਸੈਲਫ ਰੈਗੂਲੇਟਰੀ ਆਰਗੇਨਾਈਜੇਸ਼ਨ। ਇਹਦੇ ਅੰਡਰ ਤਕਰੀਬਨ 90 ਦੇ ਕਰੀਬ ਟੋਟਲ MFIs ਹੈਗੀਆਂ, ਜਿਹੜੀ ਪ੍ਰੋਫਿਟ ਮੇਕਿੰਗ ਵੀ ਹੈ ਤੇ ਨਾਟ ਫॉर ਪ੍ਰੋਫਿਟ ਮੇਕਿੰਗ ਵੀ ਹੈ। ਇਹਨਾਂ ਦਾ ਕੰਮ ਹੈਗਾ ਕਿ ਛੋਟੇ ਕਾਰੋਬਾਰ, ਫਾਰਮਰਸ, ਜਿਹੜਾ ਵੀ ਛੋਟਾ ਮੋਚੀ ਨਾਈ ਧੋਬੀ, ਉਹਦੇ ਵਾਸਤੇ ਕ੍ਰੈਡਿਟ ਮੁਹੱਈਆ ਕਰਾਉਣਾ, ਉਹਨਾਂ ਨੂੰ ਲੋਨ ਦੇਣਾ with zero formalities practically। कोई सिक्योरिटी नहीं है, कुछ नहीं है, इट इज़ एन अनसिक्योर्ड लोन ਜਿਹੜਾ ਦਿੱਤਾ ਜਾਂਦਾ। ਮਾਈਕਰੋ ਫਾਈਨੈਂਸ ਪ੍ਰੋਗਰਾਮ ਹੈ ਹੀ ਲਾਈਵਲੀਹੁੱਡ ਵਾਸਤੇ ਕਿ ਉਹਨਾਂ ਦੀ ਇਨਕਮ ਦਾ ਲਾਈਵਲੀਹੁੱਡ ਇੰਕਰੀਜ਼ ਹੋਏ, ਉਹਨਾਂ ਦਾ ਜਿਹੜੀ ਇਨਕਮ ਲੈਵਲ ਉਹ ਵਧੇ, ਸੋ ਦੇ ਆਰ ਏਬਲ ਟੂ ਡੂ ਬੈਟਰ ਬਿਜ਼ਨਸ ਐਂਡ ਉਹਦੇ ਆਪਣੇ ਕੰਮ ਨੂੰ ਵਧਾ ਸਕਦੇ। ਸੋ HP ਸਿੰਘ ਜੀ, ਸਵਾਲ ਇਹ ਹੁੰਦਾ ਕਿ ਆਮ ਬੰਦਾ ਕੋਈ ਹੁੰਦਾ ਜਿਹੜਾ ਕਹਿੰਦਾ ਕਿ ਚਲੋ ਮੈਂ ਇੱਕ ਦੁਕਾਨ ਛੋਟੀ ਚਲਾ ਰਿਹਾ, ਮੈਂ ਮੋਚੀ ਹੈਗਾ ਤੇ ਮੈਂ ਆਪਣੀ ਥੋੜ੍ਹੀ ਦੁਕਾਨ ਵੱਡੀ ਕਰਨੀ ਹੈ, ਉਹ ਸੋਚਦਾ ਕਿ ਬੈਂਕ ਦੇ ਚੱਕਰ 'ਚ ਮੈਂ ਨਹੀਂ ਫਸਣਾ। ਬੈਂਕ ਦੀਆਂ ਸ਼ਰਤਾਂ ਹੁੰਦੀਆਂ ਜਿਹੜੀਆਂ ਬੜੀਆਂ ਉਹ ਟਾਈਟ ਲੱਗਦੀਆਂ ਆਮ ਆਦਮੀ ਨੂੰ। ਤੁਹਾਡੇ ਸਾਧਨ ਦੇ ਵਿੱਚ ਤੇ ਆਮ ਹੋਰ ਜਿਹੜੇ ਬੈਂਕ ਹੁੰਦੇ ਨੇ, ਭਾਵੇਂ ਸਰਕਾਰੀ ਭਾਵੇਂ ਪ੍ਰਾਈਵੇਟ, ਫਰਕ ਕੀ ਹੈਗਾ ਲੋਨ ਦੇਣ ਲਈ? ਕਿੰਨਾ ਕੁ ਤੁਸੀਂ ਨਰਮ ਰੱਖਦੇ ਹੋ? ਸੋ ਲੋਨ ਦੀ ਫਾਰਮੈਲਿਟੀ ਕੁਛ ਨਹੀਂ ਹੁੰਦੀ। ਅਸੀਂ ਕੀ ਕਰਦੇ ਹਾਂ ਕਿ ਗਰੁੱਪ ਨੂੰ, ਜਿਹੜੇ ਔਰਤਾਂ ਹੁੰਦੀਆਂ ਰੂਰਲ 'ਚ, ਉਹਨਾਂ ਨੂੰ ਉਹਨੂੰ JLG ਗਰੁੱਪ ਕਹਿੰਦੇ ਹੈਗੇ, ਜੁਆਇੰਟ ਲਾਇਬਿਲਿਟੀ ਗਰੁੱਪ। ਅਸੀਂ ਔਰਤਾਂ ਨੂੰ 10-15 ਔਰਤਾਂ ਨੂੰ ਇਕੱਠਾ ਕਰਦੇ ਹਾਂ, ਉਹਨਾਂ ਦੀ ਨੀਡ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਕਿਸ ਚੀਜ਼ ਦੀ ਰਿਕੁਆਇਰਮੈਂਟ ਹੈਗੀ ਹੈ, ਪੈਸੇ ਦੀ ਕਿੰਨੀ ਰਿਕੁਆਇਰਮੈਂਟ ਹੈਗੀ, ਕਿਸ ਆਪਣੇ ਬਿਜ਼ਨਸ ਵਾਸਤੇ ਰਿਕੁਆਇਰਮੈਂਟ ਹੈ, ਤੇ ਵਿਦ ਜਸਟ ਅ ਲੋਨ ਡਾਕੂਮੈਂਟ ਐਂਡ ਉਹਦੇ ਨਾਲ ਅਸੀਂ ਕਰਕੇ ਉਹਨਾਂ ਨੂੰ ਲੋਨ ਦੇ ਦਿੰਦੇ ਹਾਂ। ਸਿਰਫ ਇਹ ਕਿ ਸਮੂਹ ਬਣ ਜਾਂਦਾ ਹੈ, ਜਿਹੜਾ ਗਰੁੱਪ ਬਣ ਜਾਂਦਾ, ਉਸ ਗਰੁੱਪ ਦੇ ਅੰਡਰ ਫਿਰ ਉਹ ਆਪਣੇ ਇੱਕ ਦੂਜੇ ਦੀ ਕੋਲੈਟਰਲ ਨੂੰ ਕਰਦੇ ਹੈਗੇ ਕਿ ਸਪੋਜ਼ਿੰਗ ਇੱਕ ਅਗਰ ਕੋਈ ਕਿਸੇ ਪਰੇਸ਼ਾਨੀ ਨਾਲ ਅਗਰ ਪੈਸੇ ਨਹੀਂ ਦੇ ਸਕਦੇ ਤਾਂ ਬਾਕੀ ਲੋਕ ਮੈਂਬਰ ਕੰਟਰੀਬਿਊਟ ਕਰਦੇ ਆ ਉਹਦਾ ਇੰਸਟਾਲਮੈਂਟ ਦੇਣ ਵਾਸਤੇ। ਫਰਜ਼ ਕਰੋ ਬੈਂਕਾਂ ਦੀ ਤਾਂ ਸ਼ਰਤਾਂ ਹੁੰਦੀਆਂ ਕਿ ਨਹੀਂ ਲੋਨ ਵਾਪਸ ਕੀਤਾ, ਉਹਦੀ ਪ੍ਰੋਪਰਟੀ ਮੌਰਗੇਜ ਪਈ ਹੋਏਗੀ, ਤੁਸੀਂ ਕਹਿ ਰਹੇ ਹੋ ਵੀ ਜੇ ਕੋਈ ਇੱਕ ਬੰਦਾ ਨਹੀਂ ਦੇ ਪਾਇਆ ਤਾਂ ਸੈਲਫ ਗਰੁੱਪ ਜਿਹੜੇ ਬੰਦੇ ਉਹ ਨਾਲ ਮਿਲ ਕੇ ਦੇ ਦੇਣਗੇ, ਜੇ ਨਹੀਂ ਦੇ ਪਾਉਂਦੇ ਫਿਰ ਕਿੱਦਾਂ ਦਾ ਤੁਹਾਡਾ ਰਿਐਕਸ਼ਨ? ਕੋਈ ਰਿਐਕਸ਼ਨ ਨਹੀਂ ਹੈਗਾ, ਇਹ ਅਨਸਿਕਿਉਰਡ ਲੋਨ ਹੈਗਾ, ਇਹਦੇ 'ਚ ਕੋਈ ਸਿਕਿਉਰਿਟੀ ਨਹੀਂ ਹੈ, ਕੋਈ ਕੋਲੈਟਰਲ ਨਹੀਂ ਹੈ, ਕੁਝ ਨਹੀਂ ਹੈਗਾ, ਇਟ ਇਜ਼ ਵੈਰੀ ਅਨਸਿਕਿਉਰਡ। ਕੁਛ ਨਹੀਂ ਹੈਗਾ, ਸਿਰਫ ਕ੍ਰੈਡਿਟ ਬਿਊਰੋ 'ਤੇ ਰਿਕਾਰਡ ਜਾਂਦਾ ਹੈਗਾ, ਜਿਸ ਤਰ੍ਹਾਂ ਬਾਕੀ ਸਿਵਲ ਬਾਕੀ ਬਿਜ਼ਨਸਿਸ ਦਾ ਜਾਂਦਾ, ਸਿਰਫ ਉਹੀ ਰਿਕਾਰਡ ਹੈਗਾ। ਜਦੋਂ ਤੁਸੀਂ ਨਹੀਂ ਦੋਗੇ ਉਹਦੇ 'ਚ ਸਿਰਫ ਉਹ ਆ ਜਾਏਗਾ, ਦੇਰ ਇਜ਼ ਨਥਿੰਗ ਐਲਸ। ਚਲੋ ਕ੍ਰੈਡਿਟ ਬਿਊਰੋ 'ਤੇ ਬੰਦੇ ਦਾ ਰਿਕਾਰਡ ਚਲਾ ਗਿਆ ਜੀ, ਹੀ ਇਜ਼ ਨਾਟ ਗੁੱਡ ਪਰਫਾਰਮਰ, ਤੇ ਫਿਰ ਉਹ ਭਵਿੱਖ 'ਚ ਉਹਨੂੰ ਇਹ ਹੈਗਾ ਕਿ ਉਹਨੂੰ ਲੋਨ ਨਹੀਂ ਮਿਲੇਗਾ, ਉਹਨੂੰ ਇਹੀ ਸਜ਼ਾ ਕਹਿ ਲਓ। ਹਾਂ, ਇਹੀ ਹੈਗਾ ਕਿ ਫਰਦਰ ਉਹਨੂੰ ਲੋਨ ਨਹੀਂ ਮਿਲੇਗਾ। ਸੋ ਅਗਰ ਤੁਸੀਂ ਆਪਣਾ ਬਿਜ਼ਨਸ ਵਧਾਉਣਾ ਹੈਗਾ, ਆਪਣੀ ਕ੍ਰੈਡਿਟ ਕਲਚਰ, ਆਪਣੀ ਰੀਪੇਮੈਂਟ ਕਪੈਸਿਟੀ ਨੂੰ ਅੱਛਾ ਰੱਖੋ ਤਾਂ ਕਿ ਤੁਹਾਨੂੰ ਫਰਦਰ ਲੋਨ ਮਿਲਦਾ ਰਹੇ ਤੁਹਾਡੇ ਬਿਜ਼ਨਸ ਵਾਸਤੇ। ਕਦੇ ਵਿਆਜ ਦੀ ਜਿਹੜੀ ਗੱਲਬਾਤ ਚੱਲ ਰਹੀ ਸੀ, ਵਿਆਜ ਤੁਹਾਡਾ ਆਮ ਤੌਰ 'ਤੇ ਬੈਂਕਾਂ ਨਾਲੋਂ ਜੀ ਉਹ 10 ਤੋਂ 12 ਲੈ ਰਹੇ, ਤੁਸੀਂ 22 ਤੋਂ 24 ਲੈ ਰਹੇ ਹੋ, ਇੰਨਾ ਫਰਕ ਕਿਉਂ ਹੈ? ਇੰਨਾ ਫਰਕ ਇਸ ਵਾਸਤੇ ਬਿਕੋਜ਼ ਸਾਡੀ ਡੋਰ ਸਟੈਪ ਡਿਲੀਵਰੀ ਹੈਗੀ ਹੈ।
ਬੈਂਕ ਦੀ ਬ੍ਰਾਂਚ ਤੇ ਬੋਰੋਰ ਜਾਂਦਾ ਹੈਗਾ, ਬੈਂਕ ਤੇ ਜਾ ਕੇ ਫਾਰਮੈਲਿਟੀ ਕਰਕੇ ਉੱਥੋਂ ਲੋਨ ਲੈਂਦਾ ਹੈਗਾ। ਸਾਡੇ ਜਿਹੜੇ ਲੋਨ ਆਫਿਸਰ ਰਹਿੰਦੇ ਹੈਗੇ ਉਹ ਸਮੂਹ ਤੇ ਜਾ ਕੇ ਮੀਟਿੰਗ ਕਰਕੇ ਉੱਥੋਂ ਲੋਨ ਲੈ ਕੇ ਆਉਂਦੇ ਆ। ਅਸੀਂ ਜਿਹੜੀ ਡਿਸਬਰਸਮੈਂਟ ਵੀ ਕਰਦੇ ਹਾਂ ਉਹ ਥਰੂ ਬੈਂਕ ਅਕਾਊਂਟ ਕਰਦੇ ਹੈਗੇ, ਬਟ ਅਲਟੀਮੇਟਲੀ ਸਾਰੀ ਫਾਰਮੈਲਿਟੀ ਅਸੀਂ ਖੁਦ ਕਰਦੇ ਹੈਗੇ ਬੋਰੋਰ ਦੇ ਨਾਲ ਕਰਕੇ। ਦੈਟ ਇਜ਼ ਵਾਈ ਦ ਰੀਜ਼ਨ ਇਹਦੀ ਜਿਹੜੀ ਡੋਰ ਸਟੈਪ ਡਿਲੀਵਰੀ ਕਰਕੇ ਉਹ ਜਿਹੜਾ 5-10% ਦਾ ਮਾਰਜਨ ਹੈ ਬਿਕੋਜ਼ ਟੂ ਕਵਰ ਆਰ ਕੋਸਟ ਉਹ ਅਸੀਂ ਲਗਾਉਂਦੇ ਹੈਗੇ ਅਸੀਂ। ਸੋ HP ਸਿੰਘ ਜੀ ਨਾਲ ਸਾਡੀ ਗੱਲਬਾਤ ਚੱਲ ਰਹੀ ਸੀ। 25 ਸਾਲਾਂ ਤੋਂ ਜਿਹੜਾ ਹੈਗਾ ਸਾਧਨ ਕੰਮ ਕਰਦਾ ਆ ਰਿਹਾ ਔਰ ਬੜਾ ਸੌਖਾ ਜਿਹਾ ਨੇ ਪ੍ਰੋਸੀਜਰ ਵੀ ਦੱਸਿਆ। ਬੈਂਕ ਵਾਲੇ ਜੇ ਤੁਹਾਡੇ ਤੋਂ 10 ਤੋਂ 12% ਵਿਆਜ ਲੈਂਦੇ ਆ ਤੇ ਇਹ 22 ਤੋਂ 24 ਜ਼ਰੂਰ ਲੈਣੇ, ਪਰ ਨਰਮ ਇਹਨਾਂ ਦਾ ਜਿਹੜਾ ਕਹਿ ਲਓ ਵੀ ਆਪਾਂ ਵਤੀਰਾ ਤੁਹਾਡੇ ਨਾਲ ਕਹੀਏ ਕਿ ਤੁਹਾਡੇ ਨਾਲ ਜਿਹੜਾ ਤਾਲਮੇਲ ਬਣੇਗਾ ਉਹ ਬੜਾ ਨਰਮ ਰਹੇਗਾ। ਇਮਾਨਦਾਰੀ ਨਾਲ ਜੇਕਰ ਤੁਸੀਂ ਇੱਕ ਛੋਟੇ ਕੰਮ ਲਈ ਵੀ ਆਪਣੇ ਲੋਨ ਲੈਂਦੇ ਹੋ ਤੇ ਇਮਾਨਦਾਰੀ ਨਾਲ ਜੇ ਵਾਪਸ ਕਰਦੇ ਹੋ ਤਾਂ ਤੁਹਾਨੂੰ ਅੱਗੇ ਵੀ ਲੈਣ 'ਚ ਦਿੱਕਤ ਨਹੀਂ ਆਏਗੀ, ਬਜਾਏ ਇਸ ਦੇ ਕਿ ਤੁਸੀਂ ਬੈਂਕ ਦੇ ਚੱਕਰਾਂ 'ਚ ਫਸੋ। ਬੈਂਕ ਦੇ ਚੱਕਰਾਂ 'ਚ ਜਿੱਦਾਂ ਤੁਹਾਡੀ ਇੱਕ ਕਿਸ਼ਤ ਛੁੱਟ ਗਈ, 2 ਛੁੱਟ ਗਈ ਤੇ ਤੁਹਾਡੇ ਤੇ ਫਿਰ ਸਾਰੇ ਲੀਗਲ ਐਕਸ਼ਨ ਸ਼ੁਰੂ ਹੋ ਜਾਂਦੇ ਨੇ। ਜੇ ਤੁਸੀਂ ਇਹੀ ਕਿਸੇ ਆਰਗੇਨਾਈਜੇਸ਼ਨ, ਸੰਸਥਾ, ਐਸੋਸੀਏਸ਼ਨ ਵੱਲ ਜਾਓਗੇ ਤੁਹਾਨੂੰ ਅਜਿਹਾ ਕੁਝ ਵੀ ਫੇਸ ਨਹੀਂ ਕਰਨਾ ਪੈਂਦਾ। ਵਿਜੇ ਸ਼ੋਕ ਦੇ ਨਾਲ ਬਲਜੀਤ ਮਰਵਾਹਾ, ਚੰਡੀਗੜ੍ਹ।